हाँ जी प्यारे बच्चों, ਅੱਜ ਇਸ ਜਿਸ ਟੌਪਿਕ ਬਾਰੇ ਡਿਸਕਸ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਫਾਈਨੈਂਸ਼ੀਅਲ ਸਟੇਟਮੈਂਟਸ। ਫਾਈਨੈਂਸ਼ੀਅਲ ਸਟੇਟਮੈਂਟਸ ਆਰ ਦੋ ਸਟੇਟਮੈਂਟ ਵਿਚ ਸ਼ੋਜ਼ ਫਾਈਨੈਂਸ਼ੀਅਲ ਪੋਜੀਸ਼ਨ ਆਫ ਅ ਕੰਪਨੀ। ਸੋ ਇਹ ਸਟੇਟਮੈਂਟਸ ਉਹ ਸਟੇਟਮੈਂਟਸ ਹਨ ਜਿਹੜਾ ਕੰਪਨੀ ਦੀ ਵਿੱਤੀ ਹਾਲਾਤ ਬਾਰੇ ਸਾਨੂੰ ਦੱਸਦੇ ਆ। ਵਿੱਤੀ ਹਾਲਾਤ ਦੀ ਗੱਲ ਕਰਦੇ ਹਾਂ ਅਸੀਂ ਬੇਟਾ ਕਿ ਉਹ ਜੋ ਵੀ ਕੰਮ ਕਰ ਰਿਹਾ, ਜੋ ਵੀ ਬਿਜ਼ਨਸ ਕੰਪਨੀ ਕਰ ਰਹੀ ਆ, ਉਸ ਕੰਪਨੀ ਤੋਂ, ਉਸ ਬਿਜ਼ਨਸ ਤੋਂ ਕੰਪਨੀ ਕੀ ਕਮਾ ਰਹੀ ਆ ਜਾਂ ਉਸਨੂੰ ਕੀ ਫਾਇਦਾ ਹੋ ਰਿਹਾ ਜਾਂ ਉਸਨੂੰ ਕੀ ਨੁਕਸਾਨ ਹੋ ਰਿਹਾ, ਕੰਪਨੀ ਦੇ ਕੋਲ ਕੀ ਹੈ ਜਾਂ ਕੰਪਨੀ ਨੇ ਕਿੰਨਾ ਪੈਸਾ ਦੂਸਰਿਆਂ ਨੂੰ ਦੇਣਾ ਹੈ ਜਾਂ ਕੰਪਨੀ ਕੋਲ ਆਪਣੀਆਂ ਕਿੰਨੀਆਂ ਜਿਹੜੀਆਂ ਐਸੈਟਸ ਨੇ। ਸੋ ਹਰ ਇੱਕ ਜਿਹੜਾ ਬਿਜ਼ਨਸਮੈਨ ਆ ਉਹ ਹਮੇਸ਼ਾ ਇਹ ਜਾਣਨਾ ਚਾਹੁੰਦਾ ਕਿ ਜੋ ਵੀ ਉਹ ਕੰਮ ਕਰ ਰਿਹਾ ਉਸ ਕੰਮ ਨੂੰ ਕਰਨ ਤੋਂ ਬਾਅਦ ਉਸਨੂੰ ਕੀ ਕਮਾਈ ਹੋ ਰਹੀ ਆ ਜਾਂ ਉਸਨੂੰ ਕੋਈ ਨੁਕਸਾਨ ਹੋ ਰਿਹਾ। ਤੋ ਇਸ ਲਈ ਅਸੀਂ ਜਿਹੜੀਆਂ ਵਾ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਤਿਆਰ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੀ ਕੰਪਨੀ ਆ, ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਬਿਜ਼ਨਸ ਆ ਉਹ ਹਮੇਸ਼ਾ ਹੀ ਚੱਲਦਾ ਰਹੇਗਾ। ਅਕੋਰਡਿੰਗ ਟੂ ਗੋਇੰਗ ਕੰਸਰਨ ਕੰਸੈਪਟ ਅਸੀਂ ਅਜ਼ਿਊਮ ਕਰਕੇ ਚੱਲਦੇ ਹਾਂ ਕਿ ਸਾਡਾ ਬਿਜ਼ਨਸ ਹਮੇਸ਼ਾ ਹੀ ਚੱਲਦਾ ਰਹੇਗਾ। ਇਸ ਲਈ ਜਿਹੜੀ ਬਿਜ਼ਨਸ ਆ ਉਹਨੂੰ ਲੌਂਗ ਪੀਰੀਅਡ ਲਈ ਅਸੀਂ ਮੰਨ ਕੇ ਤਾਂ ਚੱਲਦੇ ਹਾਂ, ਲੇਕਿਨ ਅਸੀਂ ਉਸ ਲੌਂਗ ਪੀਰੀਅਡ ਨੂੰ ਥੋੜ੍ਹੇ ਛੋਟੇ ਪੀਰੀਅਡ ਦੇ ਵਿੱਚ ਅਸੀਂ ਬ੍ਰੇਕ ਕੀਤਾ ਹੋਇਆ, ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਅਕਾਊਂਟਿੰਗ ਪੀਰੀਅਡ ਕਹਿੰਦੇ ਹਾਂ। ਅਕਾਊਂਟਿੰਗ ਪੀਰੀਅਡ ਬੇਟਾ ਦੋ ਤਰ੍ਹਾਂ ਦਾ ਹੋ ਸਕਦਾ ਹੈ, ਇੱਕ ਤਾਂ ਫਾਈਨੈਂਸ਼ੀਅਲ ਈਅਰ ਹੋ ਸਕਦਾ, ਇੱਕ ਕੈਲੰਡਰ ਈਅਰ ਹੋ ਸਕਦਾ। ਤੁਸੀਂ ਆਪਣੇ ਬਿਜ਼ਨਸ ਦੇ ਜਿਹੜੇ ਜਿੰਨਾ ਵੀ ਤੁਸੀਂ ਕੰਮ ਕਰ ਰਹੇ ਹੋ ਉਹਦੇ ਰਿਜ਼ਲਟ ਨੂੰ ਜਾਣਨ ਦੇ ਲਈ ਤੁਸੀਂ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਜਦੋਂ ਐਂਡ 'ਚ ਤਿਆਰ ਕਰਦੇ ਹੋ, ਜਿਹੜਾ ਅਸੀਂ ਰਿਕਾਰਡ ਅਸੀਂ ਐਂਡ 'ਚ ਤਿਆਰ ਕਰਦੇ ਹਾਂ, ਅਸੀਂ ਆਪਣਾ ਲੇਖਾ ਚੋਖਾ ਕਰਦੇ ਹਾਂ, ਉਸ ਤੋਂ ਅਸੀਂ ਇਹ ਪਤਾ ਕਰਦੇ ਹਾਂ ਕਿ ਅਸੀਂ ਕੀ ਕਮਾਈ ਕਰ ਰਹੇ ਹਾਂ ਅਤੇ ਸਾਨੂੰ ਕਿੰਨਾ ਨੁਕਸਾਨ ਹੋ ਰਿਹਾ। ਤਾਂ ਇਹ ਸਟੇਟਮੈਂਟਸ ਜਿਹੜੀਆਂ ਅਸੀਂ ਸਾਲ ਦੇ ਐਂਡ 'ਚ ਤਿਆਰ ਕਰਦੇ ਹਾਂ ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਸਟੇਟਮੈਂਟਸ ਕਹਿੰਦੇ ਹਾਂ। ਸੋ ਹਰ ਇੱਕ ਬਿਜ਼ਨਸਮੈਨ ਜਿਹੜਾ ਵਾ ਉਹ ਦੋ ਤਰ੍ਹਾਂ ਦੀਆਂ ਸਟੇਟਮੈਂਟ ਤਿਆਰ ਕਰਦਾ। ਇੱਕ ਤਾਂ ਬੇਟਾ ਪ੍ਰੋਫਿਟ ਐਂਡ ਲਾਸ ਸਟੇਟਮੈਂਟਸ ਆ, ਦੂਸਰਾ ਸਾਡੇ ਕੋਲ ਕੀ ਆ, ਬੈਲੈਂਸ ਸ਼ੀਟ ਆ। ਅਗਰ ਅਸੀਂ ਗੱਲ ਕਰੀਏ ਬਿਜ਼ਨਸਮੈਨ ਦੀ, ਸੋ ਬਿਜ਼ਨਸ ਬੇਟਾ ਸਾਡੇ ਕੋਲ ਬਹੁਤ ਤਰ੍ਹਾਂ ਦੇ ਆ। ਅਸੀਂ ਆਪਣੀ ਫੰਡਸ ਦੇ ਅਕੋਰਡਿੰਗ ਅਸੀਂ ਆਪਣੀ ਜਿਵੇਂ ਅਸੀਂ ਅਫੋਰਡ ਕਰ ਸਕਦੇ ਹਾਂ, ਜਿਵੇਂ ਦਾ ਸਾਡਾ ਅਸੀਂ ਕਿਸ ਤਰ੍ਹਾਂ ਦਾ ਬਿਜ਼ਨਸ ਚਲਾਉਣਾ ਚਾਹੁੰਦੇ ਹਾਂ, ਉਹਦੇ ਮੁਤਾਬਿਕ ਸਾਡੇ ਕੋਲ ਬਹੁਤ ਤਰ੍ਹਾਂ ਦੇ ਜਿਹੜੇ ਆ ਫਾਰਮਸ ਆਫ ਬਿਜ਼ਨਸਿਸ ਆ। ਪਹਿਲੀ ਗੱਲ ਆ ਸੋਲ ਟਰੇਡ ਦੀ ਗੱਲ ਕਰਦੇ ਹਾਂ। ਸੋਲ ਟਰੇਡ ਦੇ ਵਿੱਚ ਬੇਟਾ ਕੀ ਆ, ਜਦੋਂ ਸੋਲ ਟਰੇਡਰ ਉਹ ਟਰੇਡਰ ਹੁੰਦਾ ਜਿਹੜਾ ਇਕੱਲਾ ਹੀ, ਯਾਨੀ ਸੋਲ ਮਤਲਬ ਇਕੱਲਾ, ਟਰੇਡਰ ਯਾਨੀ ਕਿ ਵਪਾਰੀ। ਸੋਲ ਟਰੇਡਰ ਉਹ ਟਰੇਡਰ ਹੈ ਜਿਹੜਾ ਇਕੱਲਾ ਹੀ ਆਪਣੇ ਬਿਜ਼ਨਸ ਨੂੰ ਮੈਨੇਜ ਕਰੇਗਾ, ਯਾਨੀ ਉਹ ਇਕੱਲਾ ਹੀ ਆਪਣੇ ਸਾਰੇ ਬਿਜ਼ਨਸ ਨੂੰ ਦੇਖੇਗਾ, ਬਿਜ਼ਨਸ ਚਲਾਏਗਾ। ਜਿੰਨਾ ਪ੍ਰੋਫਿਟ ਹੋਏਗਾ, ਜਿੰਨਾ ਲਾਸ ਹੋਏਗਾ, ਉਹ ਇਕੱਲਾ ਹੀ ਉਸ ਲਾਸ ਨੂੰ ਬੀਅਰ ਕਰੇਗਾ। ਯਾਨੀ ਕਿ ਅਗਰ ਲਾਸ ਹੋ ਜਾਏਗਾ ਤਾਂ ਉਹ ਸਾਰਾ ਲਾਸ ਉਹ ਪਰਸਨ ਬੀਅਰ ਕਰੇਗਾ, ਅਗਰ ਫਾਇਦਾ ਹੋ ਜਾਏਗਾ ਤਾਂ ਉਹ ਸਾਰਾ ਫਾਇਦਾ ਉਸ ਇਕੱਲੇ ਦਾ ਹੀ ਹੋਏਗਾ। ਤਾਂ ਇਸ ਦੀ ਜਿਹੜੀ ਲਿਮਿਟ ਲਾਇਬਿਲਿਟੀ ਆ, ਜਿਹੜਾ ਸੋਲ ਟਰੇਡਰ ਆ ਉਹਦੀ ਲਾਇਬਿਲਿਟੀ ਅਨਲਿਮਿਟਿਡ ਹੋਏਗੀ, ਯਾਨੀ ਕਿ ਉਸਨੂੰ ਹੋ ਸਕਦਾ ਕਿ ਆਪਣੀਆਂ ਜਿਹੜੀਆਂ ਪਰਸਨਲ ਪ੍ਰੋਪਰਟੀ ਤੱਕ ਆ, ਜਿਹੜੀਆਂ ਆਪਣੀ ਉਹਦੀ ਖੁਦ ਦੀ ਪੂੰਜੀ ਆ, ਉਹਨਾਂ ਨੂੰ ਵੀ ਉਹਨੂੰ ਵੇਚ ਕੇ ਉਸ ਪੈਸੇ ਨੂੰ, ਉਸ ਕਰਜ਼ ਨੂੰ ਚੁਕਾਉਣਾ ਪਵੇ। ਸੋ ਇਸ ਤਰ੍ਹਾਂ ਅਗਰ ਆਪਾਂ ਪਾਰਟਨਰਸ਼ਿਪ ਦੀ ਵੀ ਗੱਲ ਕਰਦੇ ਹਾਂ, ਪਾਰਟਨਰਸ਼ਿਪ ਕੀ ਆ, ਪਾਰਟਨਰਸ਼ਿਪ ਜਿਹੜੇ ਜਦੋਂ ਅਸੀਂ ਜਿਵੇਂ ਸੋਲ ਟਰੇਡ 'ਚ ਕੁਝ ਕਮੀਆਂ, ਜਿਵੇਂ ਇਕੱਲੇ ਨੂੰ ਹੀ ਉਹਨੂੰ ਸਾਰਾ ਨੁਕਸਾਨ ਸਹਿਣਾ ਪੈ ਰਿਹਾ, ਤਾਂ ਇਸ ਲਈ ਉਸ ਤੋਂ ਵਧੀਆ ਇੱਕ ਫਾਰਮ ਸਾਡੇ ਕੋਲ ਹੈ ਪਾਰਟਨਰਸ਼ਿਪ ਫਰਮ। ਸੋ ਪਾਰਟਨਰਸ਼ਿਪ ਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਲੋਕ ਮਿਲ ਕੇ ਆਪਸ ਵਿੱਚ ਬਿਜ਼ਨਸ ਕਰਦੇ ਆ, ਸਾਂਝੇਦਾਰੀ ਕਰਦੇ ਆ ਕਿ ਜਿੰਨਾ ਵੀ ਅਸੀਂ ਕੰਮ ਕਰਾਂਗੇ ਉਹ ਮਿਲ ਕੇ ਕਰਾਂਗੇ, ਜਿੰਨਾ ਵੀ ਸਾਨੂੰ ਨੁਕਸਾਨ ਹੋਏਗਾ ਜਾਂ ਸਾਨੂੰ ਫਾਇਦਾ ਹੋਏਗਾ ਅਸੀਂ ਉਹਨਾਂ ਨੂੰ ਆਪਸ ਦੇ ਵਿੱਚ ਵੰਡ ਲਵਾਂਗੇ। ਉਹਦੇ ਲਈ ਉਹ ਇੱਕ ਐਗਰੀਮੈਂਟ ਕਰਦੇ ਆ, ਉਸ ਐਗਰੀਮੈਂਟ ਦੇ ਵਿੱਚ ਉਹ ਸਾਰੀਆਂ ਕੰਡੀਸ਼ਨ, ਉਹ ਸਾਰੀਆਂ ਸ਼ਰਤਾਂ ਮੈਂਸ਼ਨ ਕਰਦੇ ਆ, ਅਤੇ ਉਸ ਤੋਂ ਬਾਅਦ ਉਹ ਜਿਹੜੀ ਪਾਰਟਨਰਸ਼ਿਪ ਫਾਰਮ ਆ ਉਹ ਵੀ ਆਪਣੇ ਜਿਹੜੇ ਆ ਜਿੰਨਾ ਵੀ ਕੰਮ ਕਰਨਗੇ ਉਸ ਦਾ ਵੀ ਰਿਕਾਰਡ ਰੱਖਣਗੇ, ਤਾਂ ਉਸ ਲਈ ਵੀ ਉਹ ਅਲੱਗ ਤੋਂ ਅਕਾਊਂਟਸ ਪ੍ਰੀਪੇਅਰ ਕਰਨਗੇ। ਇਸ ਤੋਂ ਬਾਅਦ ਹੈ ਬੇਟਾ ਕੰਪਨੀ। ਕੰਪਨੀ ਦੇ ਵਿੱਚ ਕੀ ਹੁੰਦਾ, ਕੰਪਨੀ ਵੀ ਇੱਕ ਫਾਰਮ ਆਫ ਬਿਜ਼ਨਸ ਹੈ। ਕੰਪਨੀ ਦੇ ਵਿੱਚ ਮੈਨੇਜਮੈਂਟ ਅਲੱਗ ਹੁੰਦੀ ਆ, ਓਨਰਸ਼ਿਪ ਅਲੱਗ ਹੋਏਗੀ, ਯਾਨੀ ਕੰਪਨੀ ਨੂੰ ਜੋ ਮੈਨੇਜ ਕਰੇਗਾ ਉਹ ਅਲੱਗ ਹੋਣਗੇ, ਲੇਕਿਨ ਕੰਪਨੀ ਦੇ ਜਿਹੜੇ ਓਨਰਸ ਹੋਣਗੇ, ਜਿਹੜੇ ਮਾਲਕ ਹੋਣਗੇ, ਅਲੱਗ ਹੋਣਗੇ। ਉਹ ਵੀ ਦੋ ਤਰ੍ਹਾਂ ਦੀਆਂ ਸਟੇਟਮੈਂਟਸ ਤਿਆਰ ਕਰਦੇ ਆ ਆਪਣੀ ਕੰਪਨੀ ਦੇ ਰਿਜ਼ਲਟ ਨੂੰ ਜਾਣਨ ਦੇ ਲਈ। ਇੱਕ ਤਾਂ ਸਾਡੇ ਕੋਲ ਬੇਟਾ ਸਟੇਟਮੈਂਟ ਆਫ ਰੈਵਨਿਊ ਆ, ਦੂਸਰਾ ਸਾਡੇ ਕੋਲ ਕੀ ਆ, ਸਟੇਟਮੈਂਟ ਆਫ ਪੋਜੀਸ਼ਨ ਆ। ਸਟੇਟਮੈਂਟ ਆਫ ਰੈਵਨਿਊ ਜਿਵੇਂ ਕਿ ਸਾਡੇ ਕੋਲ ਇੱਕ ਇਨਕਮ ਅਕਾਊਂਟ ਆ, ਅਤੇ ਸਟੇਟਮੈਂਟ ਆਫ ਪੋਜੀਸ਼ਨ ਯਾਨੀ ਕਿ ਬੈਲੈਂਸ ਸ਼ੀਟ ਆ। ਸਟੇਟਮੈਂਟ ਆਫ ਰੈਵਨਿਊ ਦੇ ਵਿੱਚ ਅਸੀਂ ਦੱਸਾਂਗੇ ਕਿ ਅਸੀਂ ਆਪਣੀ ਇਨਕਮ ਨੂੰ ਕਮਾਉਣ ਦੇ ਲਈ ਕਿਹੜੇ ਕਿਹੜੇ ਖਰਚੇ ਕਰ ਰਹੇ ਹਾਂ, ਠੀਕ ਹੈ ਜੀ, ਅਤੇ ਕੀ ਸਾਨੂੰ ਇਨਕਮ ਹੋ ਰਹੀ ਆ। ਉਸ ਤੋਂ ਸਾਨੂੰ ਆਪਣੇ ਨੈਟ ਪ੍ਰੋਫਿਟ ਦਾ ਪਤਾ ਚੱਲੇਗਾ ਕਿ ਸਾਨੂੰ ਸ਼ੁੱਧ ਆਮਦਨ ਕਿੰਨੀ ਹੋ ਰਹੀ ਹੈ ਸਾਰੇ ਖਰਚਿਆਂ ਨੂੰ ਕੱਢਣ ਤੋਂ ਬਾਅਦ।
ਲੇਕਿਨ ਜਿਹੜੀ ਸਟੇਟਮੈਂਟ ਆਫ ਪੋਜੀਸ਼ਨ ਆ ਉਹਦੇ ਵਿੱਚ ਅਸੀਂ ਐਸੈਟਸ ਨੂੰ ਸ਼ੋ ਕਰਾਂਗੇ, ਲਾਇਬਿਲਿਟੀ ਨੂੰ ਸ਼ੋ ਕਰਾਂਗੇ, ਕੈਪੀਟਲ ਨੂੰ ਸ਼ੋ ਕਰਾਂਗੇ। ਇਹ ਸਾਨੂੰ ਕੰਪਨੀ ਦੀ ਵਿੱਤੀ ਹਾਲਾਤ ਬਾਰੇ ਦੱਸੇਗੀ। ਐਸੈਟਸ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ, ਐਸੈਟਸ ਉਹ ਪੂੰਜੀ ਹੈ, ਉਹ ਸਾਡੇ ਕੋਲ ਸੰਪत्तियां ਹਨ ਜਿਨ੍ਹਾਂ ਨੂੰ ਅਸੀਂ ਲੌਂਗ ਪੀਰੀਅਡ ਦੇ ਲਈ ਆਪਣੇ ਕੋਲ ਰੱਖਦੇ ਹਾਂ, ਜੋ ਸਾਨੂੰ ਇਨਕਮ ਅਰਨ ਕਰਕੇ ਦਿੰਦੇ ਆ। ਠੀਕ ਹੈ ਜੀ, ਜਿਹਨਾਂ ਸਾਡੀ ਇਨਕਮ ਜਿਹੜੀ ਆ ਕਪੈਸਿਟੀ ਆ ਉਹ ਇੰਕਰੀਜ਼ ਹੋ ਜਾਂਦੀ ਆ, ਜਿਵੇਂ ਮਸ਼ੀਨਸ ਹੈ, ਲੈਂਡ ਹੈ, ਪਲਾਂਟ ਹੈ, ਫਿਕਚਰਸ ਹੈ। ਉਸ ਤੋਂ ਬਾਅਦ ਅਗਰ ਅਸੀਂ ਲਾਇਬਿਲਿਟੀਜ਼ ਦੀ ਗੱਲ ਕਰੀਏ, ਲਾਇਬਿਲਿਟੀਜ਼ ਜਿਹੜੀਆਂ ਸਾਡੀਆਂ, ਅਸੀਂ ਕਿਸੇ ਤਰ੍ਹਾਂ ਦਾ ਲੋਨ ਲੈ ਰਹੇ ਹਾਂ ਬੈਂਕ ਤੋਂ, ਲਾਇਬਿਲਿਟੀਜ਼ ਯਾਨੀ ਕਿ ਜਦੋਂ ਅਸੀਂ ਦੂਸਰੇ ਕਿਸੇ ਪਰਸਨ ਤੋਂ ਕੋਈ ਪੈਸਾ ਉਧਾਰ ਲੈ ਲੈਂਦੇ ਹਾਂ, ਉਹ ਸਾਡੀਆਂ ਲਾਇਬਿਲਿਟੀਜ਼ ਆ। ਲਾਇਬਿਲਿਟੀਜ਼ ਲੌਂਗ ਟਰਮਸ ਵੀ ਹੋ ਸਕਦੀਆਂ, ਸ਼ਾਰਟ ਟਰਮਸ ਵੀ ਹੋ ਸਕਦੀਆਂ। ਸੋ ਤੁਸੀਂ ਇਹਦੇ ਬਾਰੇ ਪਹਿਲਾਂ ਹੀ ਪੜ੍ਹ ਚੁੱਕੇ ਆ। ਅਗਰ ਤੁਹਾਨੂੰ ਇਸ ਬਾਰੇ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਸਟੇਟਮੈਂਟਸ ਦੀ ਗੱਲ ਕਰ ਰਹੇ ਹਾਂ ਫਿਲਹਾਲ। ਤੋਂ ਜਿਹੜੇ ਸਾਡੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਆ, ਇਹ ਇੱਕ ਤਰ੍ਹਾਂ ਦਾ ਫਾਰਮਲ ਰਿਕਾਰਡ ਆ। ਫਾਰਮਲ ਰਿਕਾਰਡ ਬੇਟਾ ਜੀ, ਦੋ ਰਿਕਾਰਡ ਜਿਹੜੇ ਆ ਦੋ ਤਰ੍ਹਾਂ ਦੇ ਹੁੰਦੇ, ਇੱਕ ਇਨਫਾਰਮਲ ਆ, ਇੱਕ ਫਾਰਮਲ ਆ। ਇਨਫਾਰਮਲ ਰਿਕਾਰਡ ਉਹ ਰਿਕਾਰਡ ਹੁੰਦਾ ਹੈ ਜਿਹੜਾ ਕਿਸੇ ਪ੍ਰੋਪਰ ਵੇ ਨਾਲ ਨਹੀਂ ਬਣਾਇਆ ਜਾਂਦਾ। ਇੱਕ ਅਸੀਂ ਰਫ ਜਿਹਾ ਨੋਟ ਤਿਆਰ ਕਰ ਲੈਂਦੇ, ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਕਰਦੇ ਹਾਂ। ਅਸੀਂ ਘਰ ਦਾ ਬਜਟ ਬਣਾਉਂਦੇ ਹਾਂ, ਇੱਕ ਰਫ ਜਿਹਾ ਨੋਟ ਤਿਆਰ ਕਰ ਲੈਂਦੇ ਹਾਂ ਕਿ ਇੰਨੇ ਸਾਡੀ ਇਨਕਮ ਆ, ਇੰਨੇ ਸਾਡੇ ਐਕਸਪੈਂਸਿਸ ਆ, ਇੰਨੇ ਪੈਸੇ ਸਾਡੀ ਆ ਸੇਵਿੰਗ ਆ। ਲੇਕਿਨ ਜਿਹੜਾ ਫਾਰਮਲ ਰਿਕਾਰਡ ਆ, ਫਾਰਮਲ ਰਿਕਾਰਡ ਦੇ ਵਿੱਚ ਸਾਡੇ ਕੋਲ ਪ੍ਰੋਪਰ ਸਾਨੂੰ ਮੈਥਡਸ ਦਿੱਤੇ ਹੋਏ ਆ ਕਿ ਅਸੀਂ ਰਿਕਾਰਡਸ ਨੂੰ ਕਿਵੇਂ ਤਿਆਰ ਕਰਾਂਗੇ, ਅਸੀਂ ਉਹਨਾਂ ਰਿਕਾਰਡਸ ਨੂੰ ਕਿਵੇਂ ਮੇਨਟੇਨ ਕਰਾਂਗੇ, ਕਿਹੜੇ ਮੈਥਡ ਲਗਾਵਾਂਗੇ, ਉਹਦਾ ਸਟਰਕਚਰ ਕੀ ਹੋਏਗਾ। ਜਿਵੇਂ ਅਸੀਂ ਲੈਜਰ ਤਿਆਰ ਕਰਦੇ ਹਾਂ, ਜਿਵੇਂ ਅਸੀਂ ਜਰਨਲ ਤਿਆਰ ਕਰਦੇ ਹਾਂ, ਉਹਦੇ ਲਈ ਅਸੀਂ ਕਿੰਨੇ ਕਾਲਮ ਤਿਆਰ ਕਰਾਂਗੇ, ਅਸੀਂ ਡੇਟ ਮੈਂਸ਼ਨ ਕਰਾਂਗੇ, ਅਸੀਂ ਪਰਟੀਕੂਲਰ ਮੈਂਸ਼ਨ ਕਰਾਂਗੇ, ਅਸੀਂ ਉਸ ਟ੍ਰਾਂਜੈਕਸ਼ਨ ਦੀ ਡਿਟੇਲ ਮੈਂਸ਼ਨ ਕਰਾਂਗੇ, ਅਮਾਊਂਟ ਮੈਂਸ਼ਨ ਕਰਾਂਗੇ। ਠੀਕ ਹੈ ਜੀ, ਤਾਂ ਇੱਕ ਪੀਰੀਅਡ ਦੇ ਵਿੱਚ ਅਸੀਂ ਕਿੰਨੇ ਐਕਸਪੈਂਸਿਸ ਕਰ ਰਹੇ ਹਾਂ, ਕਿੰਨੀ ਸਾਡੀ ਰੈਵਨਿਊ ਹੋ ਰਹੀ ਆ, ਉਹ ਅਸੀਂ ਸਾਰਾ ਇੱਕ ਪ੍ਰੋਪਰ ਵੇ ਦੇ ਨਾਲ ਕਰਾਂਗੇ। ਇਸ ਲਈ ਅਸੀਂ ਇਹਨਾਂ ਨੂੰ ਫਾਰਮਲ ਰਿਕਾਰਡ ਕਹਿੰਦੇ ਹਾਂ। ਉਸ ਤੋਂ ਬਾਅਦ ਹੈਗਾ ਰਿਟਨ ਰਿਕਾਰਡਸ। ਰਿਟਨ ਰਿਕਾਰਡ ਆ, ਠੀਕ ਹੈ ਜੀ, ਅਸੀਂ ਇਹਨੂੰ ਔਰਲ ਨਹੀਂ ਮੈਂਸ਼ਨ ਕਰਦੇ, ਅਸੀਂ ਇਹਨੂੰ ਰਿਟਨ ਰਿਕਾਰਡ ਕਹਿੰਦੇ ਹਾਂ। ਕਿਉਂਕਿ ਰਿਟਨ ਰਿਕਾਰਡ ਅਸੀਂ ਐਜ਼ ਐਵੀਡੈਂਸ, ਯਾਨੀ ਕਿ ਅਗਰ ਕੋਈ ਪ੍ਰੋਬਲਮ ਹੋ ਜਾਂਦੀ ਹੈ, ਕਿਸੇ ਤਰ੍ਹਾਂ ਦਾ ਸਾਨੂੰ ਡਿਸਪਿਊਟ ਹੋ ਜਾਂਦਾ, ਲੜਾਈ ਹੋ ਜਾਂਦੀ ਹੈ ਬਿਜ਼ਨਸ ਦੇ ਵਿੱਚ, ਤਾਂ ਅਸੀਂ ਇਹਨਾਂ ਰਿਕਾਰਡਸ ਨੂੰ ਕੋਰਟ ਵਿੱਚ ਵੀ ਪੇਸ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਕੀ ਆ, ਕਨਵੇ ਬਿਜ਼ਨਸ ਐਕਟੀਵਿਟੀ, ਯਾਨੀ ਕਿ ਹਰ ਇੱਕ ਕੰਪਨੀ ਲਈ ਜ਼ਰੂਰੀ ਹੁੰਦਾ ਕਿ ਉਹ ਜਿੰਨਾ ਵੀ ਬਿਜ਼ਨਸ ਕਰ ਰਿਹਾ, ਉਹਨਾਂ ਸਾਰੇ ਬਿਜ਼ਨਸ ਨੂੰ ਉਹ ਪਬਲਿਕ ਤੱਕ ਪਹੁੰਚਾਉਣ, ਉਹ ਪਬਲਿਕ ਨੂੰ ਇਨਫੋਰਮੇਸ਼ਨ ਦੇਣ। ਠੀਕ ਹੈ ਜੀ, ਤਾਂ ਕੰਪਨੀ ਲਈ ਜ਼ਰੂਰੀ ਆ ਕਿ ਆਪਣੀਆਂ ਜਿੰਨੀਆਂ ਵੀ ਐਨੂਅਲ ਸਟੇਟਮੈਂਟ ਆ, ਫਾਈਨੈਂਸ਼ੀਅਲ ਸਟੇਟਮੈਂਟਸ ਆ, ਪ੍ਰੋਫਿਟ ਐਂਡ ਲਾਸ ਅਕਾਊਂਟ ਹੈ ਜਾਂ ਬੈਲੈਂਸ ਸ਼ੀਟ ਆ, ਉਹਨਾਂ ਨੂੰ ਆਪਣੇ ਨਿਊਜ਼ਪੇਪਰ ਦੇ ਵਿੱਚ ਜਾਂ ਕਿਸੇ ਮੈਗਜ਼ੀਨ ਦੇ ਵਿੱਚ ਜਾਂ ਕੋਈ ਬਿਜ਼ਨਸ ਨਿਊਜ਼ਪੇਪਰ ਆ ਜਾਂ ਬਿਜ਼ਨਸ ਮੈਗਜ਼ੀਨ ਆ, ਉਹਦੇ ਵਿੱਚ ਪ੍ਰਿੰਟ ਕਰਵਾਉਣ। ਉਸ ਤੋਂ ਬਾਅਦ ਸਟਰਕਚਰਡ ਮੈਨਰ, ਜਿਹੜੀ ਅਸੀਂ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਕਰਾਂਗੇ ਉਹ ਪ੍ਰੋਪਰ ਵੇ ਨਾਲ ਹੋਣਗੀਆਂ, ਸਟਰਕਚਰਡ ਮੈਨਰ ਹੋਣਗੀਆਂ। ਸਟਰਕਚਰਡ ਮੈਨਰ ਮੀਨਸ ਇੱਕ ਪ੍ਰੋਪਰ ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਵੇਂ ਅਸੀਂ ਅਕਾਊਂਟ ਤਿਆਰ ਕਰਦੇ ਹਾਂ, ਜਿਵੇਂ ਅਸੀਂ ਕੋਈ ਲੈਜਰ ਤਿਆਰ ਕਰਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਪ੍ਰੋਪਰ ਮੈਥਡ ਸਾਨੂੰ ਦੱਸਿਆ ਹੋਏਗਾ, ਕਿਸ ਤਰ੍ਹਾਂ ਅਸੀਂ ਉਹਨੂੰ ਤਿਆਰ ਕਰਾਂਗੇ, ਉਹ ਇੱਕ ਪ੍ਰੋਪਰ ਵੇ ਸਟਰਕਚਰ ਨਾਲ ਬਣਾਵਾਂਗੇ। ਉਸ ਤੋਂ ਬਾਅਦ ਅਸੀਂ ਇਹਨਾਂ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਇਸ ਤਰ੍ਹਾਂ ਕਿ ਤਿਆਰ ਕਰਾਂਗੇ ਕਿ ਇੱਕ ਜਿਹੜਾ ਆਮ ਆਦਮੀ ਵੀ ਆ, ਜਿਹਨੂੰ ਕਮਰਸ ਦੀ ਕੋਈ ਨੌਲੇਜ ਨਹੀਂ, ਜਿਹਨੂੰ ਇਹਨਾਂ ਅਕਾਊਂਟਸ ਦੀ ਕੋਈ ਨੌਲੇਜ ਨਹੀਂ, ਉਹ ਵੀ ਇਹਨਾਂ ਨੂੰ ਈਜ਼ੀਲੀ ਸਮਝ ਸਕੇ। ਠੀਕ ਹੈ ਜੀ, ਉਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਾਂਗੇ। ਤੋ ਦੋ ਤਰ੍ਹਾਂ ਦੀਆਂ ਅਸੀਂ ਜਿਹੜੀਆਂ ਵਾ ਸਟੇਟਮੈਂਟਸ ਤਿਆਰ ਕਰਦੇ ਹਾਂ ਪੁੱਤਰ ਜੀ, ਇੱਕ ਹੈ ਬੈਲੈਂਸ ਸ਼ੀਟ ਔਰ ਸਟੇਟਮੈਂਟ ਆਫ ਫਾਈਨੈਂਸ਼ੀਅਲ ਪੋਜੀਸ਼ਨ। ਠੀਕ ਹੈ ਜੀ, ਸੋ ਬੈਲੈਂਸ ਸ਼ੀਟ ਦੇ ਵਿੱਚ ਅਸੀਂ ਜਿੰਨੀਆਂ ਵੀ ਕੰਪਨੀ ਦੇ ਕੋਲ, ਬਿਜ਼ਨਸ ਦੇ ਕੋਲ ਐਸੈਟਸ ਨੇ, ਜਿੰਨੀਆਂ ਵੀ ਬਿਜ਼ਨਸ ਕੋਲ ਲਾਇਬਿਲਿਟੀਜ਼ ਨੇ, ਜਿੰਨੀ ਵੀ ਸਾਡੀ ਓਨਰ ਦੀ ਇਕੁਇਟੀ ਆ, ਉਹਨਾਂ ਸਭ ਨੂੰ ਅਸੀਂ ਮੈਂਸ਼ਨ ਕਰਾਂਗੇ। ਉਸ ਤੋਂ ਬਾਅਦ ਹੈ ਇਨਕਮ ਸਟੇਟਮੈਂਟ ਜਾਂ ਪ੍ਰੋਫਿਟ ਐਂਡ ਲਾਸ ਰਿਪੋਰਟ। ਇਨਕਮ ਸਟੇਟਮੈਂਟ ਦੇ ਵਿੱਚ ਬੱਚੇ ਅਸੀਂ ਜਿੰਨਾ ਵੀ ਅਸੀਂ ਰੈਵਨਿਊ ਐਕਸਪੈਂਸਿਸ ਕਰ ਰਹੇ ਹਾਂ, ਜਿੰਨੇ ਵੀ ਅਸੀਂ ਇੱਕ ਇਨਕਮ ਨੂੰ ਅਰਨ ਕਰਨ ਲਈ ਖਰਚੇ ਕਰ ਰਹੇ ਹਾਂ, ਜਿੰਨੀਆਂ ਵੀ ਅਸੀਂ ਰੈਵਨਿਊ ਅਰਨ ਕਰ ਰਹੇ ਹਾਂ, ਉਹਨਾਂ ਸਭ ਨੂੰ ਅਸੀਂ ਮੈਨੇਜ ਕਰਕੇ, ਮੈਚ ਕਰਕੇ ਅਸੀਂ ਦੇਖਾਂਗੇ ਕਿ ਜਿਹੜਾ ਬਿਜ਼ਨਸ ਆ ਉਹ ਨੈਟ ਪ੍ਰੋਫਿਟ ਅਰਨ ਕਰ ਰਿਹਾ ਜਾਂ ਨੈਟ ਲਾਸ ਕਰ ਰਿਹਾ। ਉਸ ਤੋਂ ਬਾਅਦ ਸਟੇਟਮੈਂਟ ਆਫ ਕੰਪਰੀਹੈਂਸਿਵ ਇਨਕਮ ਵੀ ਅਸੀਂ ਇਹਨੂੰ ਕਹਿੰਦੇ ਹਾਂ, ਸਟੇਟਮੈਂਟ ਆਫ ਰੈਵਨਿਊ ਐਂਡ ਐਕਸਪੈਂਸਿਸ ਵੀ ਕਹਿੰਦੇ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਬੈਲੈਂਸ ਸ਼ੀਟ ਦੀ ਗੱਲ ਕੀਤੀ ਆ ਕਿ ਬੈਲੈਂਸ ਸ਼ੀਟ ਦੇ ਵਿੱਚ ਅਸੀਂ ਐਸੈਟਸ ਮੈਂਸ਼ਨ ਕਰਦੇ ਹਾਂ, ਲਾਇਬਿਲਿਟੀਜ਼ ਮੈਂਸ਼ਨ ਕਰਦੇ ਹਾਂ, ਓਨਰਸ ਇਕੁਇਟੀ ਮੈਂਸ਼ਨ ਕਰਦੇ ਹਾਂ। ਜਿਵੇਂ ਕਿ ਤੁਸੀਂ ਅਕਾਊਂਟਸ ਦੀ ਟਰਮੀਨੋਲੋਜੀ ਦੇ ਵਿੱਚ ਪਹਿਲਾਂ ਹੀ ਪੜ੍ਹ ਚੁੱਕੇ ਹੋ ਕਿ ਐਸੈਟਸ ਸਾਡੇ ਕੋਲ ਕੀ ਆ, ਐਸੈਟਸ ਅਤੇ ਗੁਡਸ। ਐਸੈਟ ਗੁਡਸ ਜਿਹੜੀਆਂ ਵਾ ਉਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਆ। ਐਸੈਟਸ ਸਾਡੇ ਕੋਲ ਬੇਟਾ ਜੀ ਦੋ ਤਰ੍ਹਾਂ ਦੀਆਂ ਹੁੰਦੀਆਂ, ਮੇਨ ਇੱਕ ਕਰੰਟ ਐਸੈਟਸ ਐਂਡ ਲਾਇਬਿਲਿਟੀਜ਼। ਐਸੈਟਸ ਆਰ ਦੋਜ਼
ਵਿਚ ਵੀ ਯੂਜ਼ ਫॉर ਬਿਜ਼ਨਸ, ਜਿਹਨੂੰ ਅਸੀਂ ਪਰਚੇਜ਼ ਕਰਦੇ ਹਾਂ ਬਿਜ਼ਨਸ ਦੇ ਵਿੱਚ ਯੂਜ਼ ਕਰਨ ਦੇ ਲਈ। ਯਾਨੀ ਕਿ ਅਸੀਂ ਇਹਨੂੰ ਰੀਸੈਲ ਨਹੀਂ ਕਰਾਂਗੇ। ਅਸੀਂ ਇੱਕ ਵਾਰੀ ਜਦੋਂ ਇਹਨੂੰ ਪਰਚੇਜ਼ ਕਰਾਂਗੇ ਅਸੀਂ ਬਹੁਤ ਹੀ ਪਲੈਨਿੰਗ ਦੇ ਨਾਲ ਕਿਸੇ ਵੀ ਐਸਟ ਨੂੰ ਪਰਚੇਜ਼ ਕਰਾਂਗੇ, ਕਿਉਂਕਿ ਇੱਕ ਤਾਂ ਇਹਨਾਂ 'ਤੇ ਜਿਹੜਾ ਅਸੀਂ ਖਰਚ ਕਰ ਰਹੇ ਹਾਂ ਉਹਦੀ ਅਮਾਊਂਟ ਬਹੁਤ ਜ਼ਿਆਦਾ ਬੜੀ ਹੁੰਦੀ ਆ। ਅਸੀਂ ਇਹਨਾਂ ਡਿਸੀਜ਼ਨ ਨੂੰ ਰਿਵਰਸ ਨਹੀਂ ਕਰ ਸਕਦੇ, ਕਿਉਂਕਿ ਜਦੋਂ ਇੱਕ ਵਾਰੀ ਅਸੀਂ ਐਸਟ ਪਰਚੇਜ਼ ਕਰ ਲੈਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਗਲਤ ਐਸਟ ਨੂੰ ਪਰਚੇਜ਼ ਕਰ ਲਿਆ ਤਾਂ ਅਸੀਂ ਉਹਨੂੰ ਦੁਬਾਰਾ ਉਸ ਡਿਸੀਜ਼ਨ ਨੂੰ ਵਾਪਸ ਨਹੀਂ ਲੈ ਸਕਦੇ। ਤਾਂ ਇਹਦੇ ਨਾਲ ਸਾਨੂੰ ਜਿਹੜਾ ਸਾਡੇ ਪੈਸੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ। ਤਾਂ ਐਸੈਟਸ ਉਹ ਨੇ ਜਿਨ੍ਹਾਂ ਨੂੰ ਅਸੀਂ ਬਿਜ਼ਨਸ ਦੇ ਵਿੱਚ ਲੌਂਗ ਟਰਮ ਲਈ ਯੂਜ਼ ਕਰਦੇ ਹਾਂ ਆਪਣੇ ਬਿਜ਼ਨਸ ਨੂੰ ਚਲਾਉਣ ਦੇ ਲਈ। ਫੋਰ ਐਗਜ਼ਾਮਪਲ ਫਰਨੀਚਰ, ਅਸੀਂ ਫਰਨੀਚਰ ਯੂਜ਼ ਕਰ ਰਹੇ ਹਾਂ, ਅਸੀਂ ਲੈਂਡ ਯੂਜ਼ ਕਰ ਰਹੇ ਹਾਂ, ਅਸੀਂ ਪਲਾਂਟ ਯੂਜ਼ ਕਰ ਰਹੇ ਹਾਂ, ਅਸੀਂ ਫੈਕਟਰੀ ਯੂਜ਼ ਕਰ ਰਹੇ ਹਾਂ, ਅਸੀਂ ਫਿਕਸਚਰ ਯੂਜ਼ ਕਰ ਰਹੇ ਹਾਂ, ਅਸੀਂ ਕੰਪਿਊਟਰ ਯੂਜ਼ ਕਰ ਰਹੇ ਹਾਂ। ਤਾਂ ਐਸੈਟਸ ਉਹ ਸਾਰੀਆਂ ਨੇ ਜਿਨ੍ਹਾਂ ਨੂੰ ਅਸੀਂ ਬਿਜ਼ਨਸ ਦੇ ਵਿੱਚ ਯੂਜ਼ ਕਰਨ ਲਈ ਪਰਚੇਜ਼ ਕਰਦੇ ਹਾਂ, ਨਾ ਕਿ ਦੁਬਾਰਾ ਸੇਲ ਕਰਨ ਦੇ ਲਈ। ਜਦ ਕਿ ਗੁੱਡਸ ਉਹ ਨੇ ਜਿਨ੍ਹਾਂ ਨੂੰ ਅਸੀਂ ਪਰਚੇਜ਼ ਕਰਦੇ ਹਾਂ ਬਿਜ਼ਨਸ ਵਿੱਚ ਦੁਬਾਰਾ ਤੋਂ ਸੈਲ ਕਰਨ ਦੇ ਲਈ। ਠੀਕ ਹੈ ਜੀ, ਸਮਝ ਆ ਗਿਆ। ਇੱਕ ਸਾਡੇ ਕੋਲ ਕੀ ਆ ਐਸੈਟਸ ਆ, ਦੂਸਰਾ ਸਾਡੇ ਕੋਲ ਕੀ ਆ ਗੁੱਡਸ। ਸੋ ਗੁੱਡਸ ਸਾਡੇ ਕੋਲ ਕੀ ਆ ਸ਼ਾਰਟ ਟਰਮ ਦੇ ਲਈ ਆ, ਲੇਕਿਨ ਜਿਹੜੀਆਂ ਐਸੈਟਸ ਆ ਉਹ ਲੌਂਗ ਟਰਮ ਦੇ ਲਈ ਆ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪੁੱਤਰ ਜੀ ਲਾਇਬਿਲਿਟੀਜ਼ ਦੀ। ਸੋ ਲਾਇਬਿਲਿਟੀਜ਼ ਵੀ ਇਸੇ ਤਰ੍ਹਾਂ ਕਿੰਨੇ ਤਰ੍ਹਾਂ ਦੀਆਂ ਵਾ ਸਾਡੇ ਕੋਲ, ਦੋ ਤਰ੍ਹਾਂ ਦੀਆਂ ਲਾਇਬਿਲਿਟੀਜ਼ ਆ। ਇੱਕ ਹੈ ਕਰੰਟ ਲਾਇਬਿਲਿਟੀਜ਼, ਦੂਸਰਾ ਕੀ ਆ ਸਾਡੇ ਕੋਲ ਲੌਂਗ ਟਰਮ ਲਾਇਬਿਲਿਟੀਜ਼। ਠੀਕ ਹੈ ਜੀ, ਜੋ ਤਾਂ ਕਰੰਟ ਲਾਇਬਿਲਿਟੀਜ਼ ਨੇ, ਫਸਟ ਆਫ ਆਲ ਲਾਇਬਿਲਿਟੀਜ਼ ਕੀ ਨੇ? ਲਾਇਬਿਲਿਟੀਜ਼ ਆਰ ਦੋਜ਼ ਵਿਚ ਵੀ ਪੇ ਟੂ ਅਦਰ ਪਰਸਨ। ਠੀਕ ਹੈ ਜੀ, ਅਦਰ ਪਰਸਨ ਔਰ ਯੂ ਕੈਨ ਸੇ ਆਊਟਸਾਈਡਰ, ਜਿਹੜੀਆਂ ਅਸੀਂ ਆਪਣੇ ਬਿਜ਼ਨਸ ਤੋਂ ਬਾਹਰ ਕਿਸੇ ਨੂੰ ਪੇਮੈਂਟ ਕਰਨੀਆਂ ਨੇ ਉਹ ਸਾਡੀਆਂ ਕੀ ਆ ਲਾਇਬਿਲਿਟੀਜ਼ ਆ। ਜਿਵੇਂ ਅਸੀਂ ਬੈਂਕ ਤੋਂ ਲੋਨ ਲੈ ਰਹੇ ਹਾਂ, ਠੀਕ ਹੈ ਜੀ, ਅਸੀਂ ਬੈਂਕ ਤੋਂ ਲੋਨ ਲੈ ਰਹੇ ਹਾਂ ਜਾਂ ਅਸੀਂ ਪਬਲਿਕ ਤੋਂ ਕੋਈ ਲੋਨ ਲੈ ਰਹੇ ਹਾਂ ਜਿਹਨੂੰ ਅਸੀਂ ਪਬਲਿਕ ਡਿਪੋਜ਼ਿਟ ਵੀ ਕਹਿੰਦੇ ਹਾਂ, ਤਾਂ ਉਹ ਸਾਰੀਆਂ ਲਾਇਬਿਲਿਟੀਜ਼ ਅਸੀਂ ਇਹਦੇ ਵਿੱਚ ਮੈਂਸ਼ਨ ਕਰਾਂਗੇ। ਓਨਰਸ ਇਕੁਇਟੀ ਦੀ ਗੱਲ ਕਰਦੇ ਹਾਂ। ਓਨਰ ਇਕੁਇਟੀ ਉਹ ਇਕੁਇਟੀ ਹੈ ਜਿਹੜਾ ਓਨਰ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ। ਠੀਕ ਹੈ ਜੀ, ਸੋ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਨੂੰ ਮੈਂਸ਼ਨ ਕਰਾਂਗੇ, ਐਸੈਟਸ, ਲਾਇਬਿਲਿਟੀਜ਼ ਐਂਡ ਓਨਰਸ ਇਕੁਇਟੀ। ਠੀਕ ਹੈ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਇਨਕਮ ਸਟੇਟਮੈਂਟ ਦੀ। ਇਨਕਮ ਸਟੇਟਮੈਂਟ ਦੇ ਵਿੱਚ ਅਸੀਂ ਕੀ ਸ਼ੋਅ ਕਰਾਂਗੇ? ਇਨਕਮ ਮੈਂਸ਼ਨ ਕਰਾਂਗੇ, ਐਕਸਪੈਂਸਿਸ ਮੈਂਸ਼ਨ ਕਰਾਂਗੇ, ਅਤੇ ਉਸ ਤੋਂ ਬਾਅਦ ਜਿੰਨਾ ਵੀ ਅਸੀਂ ਇਨਕਮ ਅਤੇ ਐਕਸਪੈਂਸਿਸ ਦੇ ਵਿੱਚ ਡਿਫਰੈਂਸ ਆਏਗਾ ਉਹ ਜਾਂ ਤਾਂ ਪ੍ਰੋਫਿਟ ਹੋਏਗਾ ਜਾਂ ਉਹ ਲੋਸ ਹੋਏਗਾ। ਠੀਕ ਹੈ ਜੀ, ਅਗਰ ਸਾਡੇ ਕੋਲ ਇਨਕਮਸ ਜਿਹੜੀਆਂ ਉਹ ਜ਼ਿਆਦਾ ਨੇ ਐਕਸਪੈਂਸਿਸ ਦੇ ਨਾਲੋਂ ਤਾਂ ਸਾਨੂੰ ਕੀ ਹੋਏਗਾ? ਪ੍ਰੋਫਿਟ ਹੋਏਗਾ। ਅਗਰ ਸਾਡੇ ਐਕਸਪੈਂਸਿਸ ਜ਼ਿਆਦਾ ਨੇ ਤਾਂ ਸਾਨੂੰ ਲੋਸ ਹੋਏਗਾ। ਠੀਕ ਹੈ ਜੀ, ਉਸ ਤੋਂ ਬਾਅਦ ਜਦੋਂ ਬੈਲੈਂਸ ਸ਼ੀਟ ਦੇ ਵਿੱਚ ਅਸੀਂ ਮੈਂਸ਼ਨ ਕਰਾਂਗੇ ਜਿੰਨੀਆਂ ਵੀ ਐਸੈਟਸ ਆ, ਜਿੰਨੀਆਂ ਵੀ ਲਾਇਬਿਲਿਟੀਜ਼ ਆ ਜਾਂ ਓਨਰ ਦੇ ਫੰਡ ਆ, ਉਸ ਤੋਂ ਬਾਅਦ ਸਾਡੇ ਕੋਲ ਐਂਡ ਦੇ ਵਿੱਚ ਕੀ ਆਏਗਾ? ਫੁੱਟ ਨੋਟਸ। ਫੁੱਟ ਨੋਟਸ ਬੱਚੇ ਕੀ ਹੁੰਦੇ ਆ? ਫੁੱਟ ਨੋਟਸ ਜਿਹੜਾ ਅਸੀਂ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟ ਦੇ ਫੁੱਟ 'ਤੇ, ਫੁੱਟ ਯਾਨੀ ਕਿ ਬਿਲਕੁਲ ਨੀਚੇ, ਜਿਵੇਂ ਸਾਡੇ ਬਾਡੀ ਦਾ ਪਾਰਟ ਦੇ ਬਿਲਕੁਲ ਨੀਚੇ ਸਾਡਾ ਫੁੱਟ ਆ, ਇਸ ਤਰ੍ਹਾਂ ਫੁੱਟ ਨੋਟਸ ਆ। ਅਸੀਂ ਆਪਣੀ ਪੂਰੀ ਬੈਲੈਂਸ ਸ਼ੀਟ ਬਣਾਉਣ ਤੋਂ ਬਾਅਦ ਫੁੱਟ ਨੋਟ ਦੇ ਵਿੱਚ ਜਿਹੜੀਆਂ ਚੀਜ਼ਾਂ ਬੈਲੈਂਸ ਸ਼ੀਟ ਦੇ ਵਿੱਚ ਅਸੀਂ ਮੈਂਸ਼ਨ ਨਹੀਂ ਕਰ ਸਕੇ ਉਹ ਤੁਸੀਂ ਫੁੱਟ ਨੋਟ ਦੇ ਵਿੱਚ ਸ਼ੋਅ ਕਰ ਸਕਦੇ ਹੋ, ਜੋ ਜ਼ਰੂਰੀ ਹੈ। ਠੀਕ ਹੈ, ਕੁਝ ਚੀਜ਼ਾਂ ਸਾਡੀਆਂ ਜਿਹੜੀਆਂ ਬੈਲੈਂਸ ਸ਼ੀਟ ਦੇ ਵਿੱਚ ਨਹੀਂ ਆਉਂਦੀਆਂ ਉਹਨੂੰ ਅਸੀਂ ਫੁੱਟ ਨੋਟ ਦੇ ਕੇ ਵੀ ਮੈਂਸ਼ਨ ਕਰ ਸਕਦੇ ਹਾਂ, ਕਿਉਂਕਿ ਜਿਹੜਾ ਸਾਡਾ ਡਿਸਕਲੋਜ਼ਰ ਕੰਸੈਪਟ ਆ, ਡਿਸਕਲੋਜ਼ਰ ਦੇ ਵਿੱਚ ਅਸੀਂ ਇਹ ਮੈਂਸ਼ਨ ਕਰਦੇ ਹਾਂ ਕਿ ਜਿੰਨੀਆਂ ਵੀ ਜ਼ਰੂਰੀ ਇਨਫੋਰਮੇਸ਼ਨ ਆ ਜੋ ਪਬਲਿਕ ਨੂੰ ਜਾਣਨ ਦੇ ਲਈ ਬਹੁਤ ਜ਼ਰੂਰੀ ਆ, ਅਸੀਂ ਉਹਨਾਂ ਨੂੰ ਫੁੱਟ ਨੋਟ ਦੇ ਵਿੱਚ ਮੈਂਸ਼ਨ ਕਰਾਂਗੇ। ਠੀਕ ਹੈ, ਤਾਂ ਜ਼ਰੂਰੀ ਆ ਫੁੱਲ ਡਿਸਕਲੋਜ਼ਰ ਜਿਹੜਾ ਸਾਡੇ ਕੋਲ ਕੰਸੈਪਟ ਆ ਕਿ ਅਸੀਂ ਲੋਕਾਂ ਨੂੰ ਬਿਜ਼ਨਸ ਬਾਰੇ ਪੂਰੀ ਇਨਫੋਰਮੇਸ਼ਨ ਦੇਵਾਂਗੇ ਜੋ ਉਹਨਾਂ ਲਈ ਜ਼ਰੂਰੀ ਆ, ਜੋ ਉਹਨਾਂ ਦੇ ਇਕਨੋਮਿਕ ਡਿਸੀਜ਼ਨ ਨੂੰ ਇਫੈਕਟ ਨਾ ਕਰਦੀ ਹੋਵੇ। ਇਸ ਲਈ ਅਸੀਂ ਫੁੱਟ ਨੋਟ ਦੇ ਵਿੱਚ ਉਹਨਾਂ ਸਾਰੀ ਇਨਫੋਰਮੇਸ਼ਨ ਨੂੰ ਮੈਂਸ਼ਨ ਕਰਾਂਗੇ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪਰਪਸ ਆਫ ਫਾਈਨੈਂਸ਼ੀਅਲ ਸਟੇਟਮੈਂਟ। ਫਾਈਨੈਂਸ਼ੀਅਲ ਸਟੇਟਮੈਂਟਸ ਕਿਉਂ ਤਿਆਰ ਕੀਤੀਆਂ ਜਾਂਦੀਆਂ ਹਨ? ਫਾਈਨੈਂਸ਼ੀਅਲ ਸਟੇਟਮੈਂਟ ਨੂੰ ਤਿਆਰ ਕਰਨ ਦਾ ਸਾਡੇ ਕੋਲ ਕੀ ਗੋਲ ਆ, ਕੀ ਸਾਡਾ ਪਰਪਸ ਆ, ਕੀ ਸਾਡੇ ਉਦੇਸ਼ ਆ? ਸੋ ਫਾਈਨੈਂਸ਼ੀਅਲ ਸਟੇਟਮੈਂਟ ਦਾ ਪਰਪਸ ਕੀ ਆ? ਨੰਬਰ 1 ਪ੍ਰੋਵਾਈਡ ਇਨਫੋਰਮੇਸ਼ਨ, ਯਾਨੀ ਕਿ ਸੂਚਨਾ ਦੇਣਾ, ਇਨਫੋਰਮੇਸ਼ਨ ਦੇਣਾ, ਯਾਨੀ ਕਿ ਬਿਜ਼ਨਸ ਕੀ ਕੰਮ ਕਰ ਰਿਹਾ, ਕਿਸ ਤਰ੍ਹਾਂ ਕੰਮ ਕਰ ਰਿਹਾ, ਬਿਜ਼ਨਸ ਦਾ ਮੇਨ ਗੋਲ ਕੀ ਆ, ਬਿਜ਼ਨਸ ਕਿੰਨੀ ਰੈਵਨਿਊ ਅਰਨ ਕਰ ਰਿਹਾ, ਕਿੰਨੇ ਐਕਸਪੈਂਸਿਸ ਕਰ ਰਿਹਾ, ਉਹਨੂੰ ਪ੍ਰੋਫਿਟ ਕੀ ਹੋ ਰਿਹਾ, ਨੈਟ ਪ੍ਰੋਫਿਟ ਕੀ ਆ, ਕਿੰਨਾ ਡੈਪਰੀਸ਼ੀਏਸ਼ਨ ਲਗਾ ਰਿਹਾ, ਕਿੰਨਾ ਟੈਕਸ ਲੱਗ ਰਿਹਾ, ਟੈਕਸ ਲੱਗਣ ਤੋਂ ਬਾਅਦ ਬਿਜ਼ਨਸ ਦਾ ਜਿਹੜੀ ਨੈਟ ਪ੍ਰੋਫਿਟ ਉਹ ਕਿੰਨਾ, ਸ਼ੁੱਧ ਆਮਦਨ ਕਿੰਨੀ ਆ, ਇਹ ਅਸੀਂ ਸਾਰਾ ਮੈਂਸ਼ਨ ਕਰਾਂਗੇ। ਤਾਂ ਸਾਨੂੰ ਕੰਪਨੀ ਦੀ ਵਿੱਤੀ ਹਾਲਾਤ ਬਾਰੇ ਇਸ ਤੋਂ ਪਤਾ ਲੱਗੇਗਾ।
ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਅੱਛੀ ਹੈ ਜਾਂ ਕੰਪਨੀ ਦੀ ਹਾਲਾਤ ਜਿਹੜੀ ਮਾੜੀ ਹੈ, ਉਹ ਸਭ ਸਾਨੂੰ ਇਸ ਤੋਂ ਪਤਾ ਚੱਲੇਗਾ। ਕੰਪਨੀ ਦੇ ਨਵੇਂ ਪ੍ਰੋਜੈਕਟ ਕੀ ਆ, ਕੰਪਨੀ ਦਾ ਆਉਣ ਵਾਲਾ ਫਿਊਚਰ ਕੀ ਆ, ਕੰਪਨੀ ਨੇ ਨਵੀਆਂ ਇਨਵੈਸਟਮੈਂਟਸ ਕੀ ਆ, ਇਹ ਸਾਰਾ ਸਾਨੂੰ ਕੰਪਨੀ ਦੀ ਫਾਈਨੈਂਸ਼ੀਅਲ ਸਟੇਟਮੈਂਟ ਤੋਂ ਪਤਾ ਲੱਗੇਗਾ। ਉਸ ਤੋਂ ਬਾਅਦ ਕੀ ਹੈ, ਇਕਨੋਮਿਕ ਡਿਸੀਜ਼ਨ। ਸੋ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਆ, ਇਹਨਾਂ ਤੋਂ ਜਿੰਨੇ ਵੀ ਇਹਨਾਂ ਸਟੇਟਮੈਂਟ ਨੂੰ ਪੜ੍ਹਦੇ ਆ, ਇਹਨਾਂ ਸਟੇਟਮੈਂਟਸ ਨੂੰ ਦੇਖਦੇ ਆ, ਇਹਨਾਂ ਸਟੇਟਮੈਂਟਸ ਨੂੰ ਦੇਖ ਕੇ ਆਪਣੇ ਫੈਸਲੇ ਲੈਂਦੇ ਆ, ਉਹ ਇਹਨਾਂ ਸਾਰੇ ਸਟੇਟਮੈਂਟਸ ਨੂੰ ਪੜ੍ਹ ਕੇ ਹੀ ਡਿਸੀਜ਼ਨ ਲੈਣਗੇ। ਜਿਵੇਂ ਕੋਈ ਕੰਪਨੀ, ਕੋਈ ਪਰਸਨ ਆ ਜਿਹੜਾ ਇਨਵੈਸਟਰ ਆ, ਕਿਸੇ ਕੰਪਨੀ 'ਚ ਪੈਸਾ ਲਗਾਉਣਾ ਚਾਹੁੰਦਾ, ਉਹ ਕੰਪਨੀ ਦੀਆਂ ਫਾਈਨੈਂਸ਼ੀਅਲ ਸਟੇਟਮੈਂਟ ਦੇਖੇਗਾ ਕਿ ਇਹਦੀ ਵਿੱਤੀ ਹਾਲਾਤ ਕਿਹੋ ਜਿਹੀ ਆ, ਇਸ ਸਾਲ ਪ੍ਰੋਫਿਟ ਕਮਾ ਰਹੀ ਆ ਜਾਂ ਇਸ ਸਾਲ ਨੁਕਸਾਨ 'ਚ ਆ, ਪਿਛਲੇ ਸਾਲਾਂ 'ਚ ਉਹਨੇ ਕੀ ਕਮਾਇਆ, ਉਹ ਸਾਰੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਕੋਈ ਡਿਸੀਜ਼ਨ ਲਏਗਾ। ਠੀਕ ਹੈ ਜੀ। ਗੌਰਮੈਂਟ ਦੇਖੇਗੀ ਕਿ ਇਹ ਲੋਕਾਂ ਦੇ ਫਾਇਦੇ ਲਈ ਕੰਮ ਕਰ ਰਿਹਾ, ਸੋਸ਼ਲ ਰਿਸਪੋਂਸੀਬਿਲਿਟੀ ਆਪਣੀ ਫੁੱਲਫਿਲ ਕਰ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੀ ਜਿਹੜਾ ਕੋਈ ਵੀ ਪਰਸਨ ਆ ਉਹ ਕੰਪਨੀ ਦੇ ਲਈ ਡਿਸੀਜ਼ਨ ਲਏਗਾ, ਕੰਪਨੀ ਦੀ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਦੇਖ ਕੇ ਡਿਸੀਜ਼ਨ ਲਏਗਾ। ਉਸ ਤੋਂ ਬਾਅਦ ਇਹ ਜਿਹੜੀਆਂ ਸਟੇਟਮੈਂਟਸ ਕੀ ਹੋਣੀਆਂ ਚਾਹੀਦੀਆਂ, ਅੰਡਰਸਟੈਂਡੇਬਲ ਮੀਨਸ ਕਿ ਕੰਪਨੀਆਂ ਜਿਹੜੀਆਂ ਇਹ ਸਟੇਟਮੈਂਟਸ ਆ ਉਹ ਇੰਨੀ ਜ਼ਿਆਦਾ ਤੁਸੀਂ ਈਜ਼ੀਲੀ ਪ੍ਰਪੇਅਰ ਕਰੋ, ਇੰਨੀ ਜ਼ਿਆਦਾ ਸਿੰਪਲ ਜਿਹੜੀ ਤੁਸੀਂ ਤਿਆਰ ਕਰੋ ਕਿ ਇੱਕ ਜਿਹੜਾ ਕਾਮਨ ਪਰਸਨ ਵੀ ਇਸ ਨੂੰ ਆਸਾਨੀ ਨਾਲ ਸਮਝ ਸਕੇ, ਆਸਾਨੀ ਨਾਲ ਪੜ੍ਹ ਸਕੇ। ਰੈਲੇਵੈਂਟ ਹੋਣੀਆਂ ਚਾਹੀਦੀਆਂ ਸਟੇਟਮੈਂਟਸ, ਯਾਨੀ ਕਿ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਸਿਰਫ ਉਹੀ ਇਨਫੋਰਮੇਸ਼ਨ ਤੁਸੀਂ ਮੈਂਸ਼ਨ ਕਰੋਗੇ ਜਿਹੜੀ ਉਸ ਕੰਪਨੀ ਦੇ ਨਾਲ ਰਿਲੇਟਡ ਹੋਵੇ, ਸੰਬੰਧਿਤ ਹੋਵੇ। ਯਾਨੀ ਕਿ ਜੋ ਜ਼ਰੂਰੀ ਹੈ ਇਨਫੋਰਮੇਸ਼ਨ, ਜੋ ਸਾਨੂੰ ਮੈਂਸ਼ਨ ਕਰਨੀ ਚਾਹੀਦੀ ਹੈ ਇਨਫੋਰਮੇਸ਼ਨ, ਜੋ ਲੋਕਾਂ ਲਈ ਜ਼ਰੂਰੀ ਆ, ਗੌਰਮੈਂਟ ਲਈ ਜ਼ਰੂਰੀ ਆ, ਇਨਵੈਸਟਰ ਲਈ ਜ਼ਰੂਰੀ ਆ, ਲੋਕਾਂ ਦੇ ਲਈ ਜਾਣਨ ਲਈ ਜ਼ਰੂਰੀ ਆ, ਉਹ ਸਾਰੀ ਇਨਫੋਰਮੇਸ਼ਨ ਨੂੰ ਅਸੀਂ ਇਹਦੇ ਵਿੱਚ ਮੈਂਸ਼ਨ ਕਰਾਂਗੇ। ਉਸ ਤੋਂ ਬਾਅਦ ਹੈ ਰਿਲਾਇਬਲ ਯਾਨੀ ਕਿ ਵਿਸ਼ਵਾਸਯੋਗ। ਤੋਂ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਜਿੰਨੀ ਵੀ ਤੁਸੀਂ ਇਨਫੋਰਮੇਸ਼ਨ ਮੈਂਸ਼ਨ ਕਰ ਰਹੇ ਹੋ, ਉਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਸਹੀ ਹੋਣੀ ਚਾਹੀਦੀ ਆ, ਉਹ ਇਨਫੋਰਮੇਸ਼ਨ ਐਕੂਰੇਟ ਹੋਣੀ ਚਾਹੀਦੀ ਹੈ। ਕਿਉਂਕਿ ਅਸੀਂ ਇਹਦੇ ਵਿੱਚ ਕਹਿੰਦੇ ਹਾਂ ਕਿ ਟਰੂ ਐਂਡ ਫੇਅਰ ਤੁਸੀਂ ਇਨਫੋਰਮੇਸ਼ਨ ਇਹਦੇ ਵਿੱਚ ਪ੍ਰੈਜ਼ੈਂਟ ਕਰੋ, ਬਿਲਕੁਲ ਠੀਕ ਹੋਵੇ ਇਨਫੋਰਮੇਸ਼ਨ, ਕਿਉਂਕਿ ਲੋਕਾਂ ਨੇ ਇਸ ਇਨਫੋਰਮੇਸ਼ਨ 'ਤੇ ਵਿਸ਼ਵਾਸ ਕਰਕੇ ਹੀ ਤੁਹਾਡੀ ਕੰਪਨੀ ਦੇ ਵਿੱਚ ਪੈਸੇ ਲਗਾਉਣਗੇ। ਜਾਂ ਕੰਪਨੀ ਜਾਂ ਬੈਂਕ ਜਿਹੜੀ ਆ ਤੁਹਾਨੂੰ ਲੋਨ ਦੇਣਗੇ, ਬੈਂਕ ਦੇਖਣਗੇ ਕਿ ਕੰਪਨੀ ਦੀ ਹਾਲਾਤ ਕਿਹੋ ਜਿਹੀ ਆ, ਇਹ ਮੈਨੂੰ ਲੋਨ ਵਾਪਸ ਕਰ ਸਕਦਾ, ਨਹੀਂ ਕਰ ਸਕਦਾ, ਇਹ ਕਿਸੇ ਬੈਂਕ ਦਾ ਡਿਫਾਲਟਰ ਤਾਂ ਨਹੀਂ, ਇਹ ਬੈਂਕ ਦੇ ਕਿਸੇ ਨਾਲ ਲੋਨ ਮਤਲਬ ਕੰਪਨੀ ਨੇ ਕਿਸੇ ਬੈਂਕ ਦਾ ਲੋਨ ਵਾਪਸ ਨਹੀਂ ਕੀਤਾ ਹੋਵੇ। ਇਹ ਸਾਰੀ ਇਨਫੋਰਮੇਸ਼ਨ ਸਾਨੂੰ ਕਿੱਥੋਂ ਮਿਲੇਗੀ, ਫਾਈਨੈਂਸ਼ੀਅਲ ਸਟੇਟਮੈਂਟਸ ਤੋਂ ਮਿਲੇਗੀ। ਤਾਂ ਇਹ ਸਟੇਟਮੈਂਟਸ ਕੀ ਹੋਣੀਆਂ ਚਾਹੀਦੀਆਂ, ਰਿਲਾਇਬਲ ਹੋਣੀ ਚਾਹੀਦੀਆਂ, ਇਸਨੇ ਪੂਰੀ ਇਨਫੋਰਮੇਸ਼ਨ ਜਿਹੜੀ ਆ ਆਪਣੀ ਕੰਪਨੀ ਦੀ ਦਿੱਤੀ ਹੋਵੇ, ਜੋ ਜਿੰਨੀ ਵੀ ਇਨਫੋਰਮੇਸ਼ਨ ਆ ਉਹ ਕਿਸੇ ਤਰ੍ਹਾਂ ਦਾ ਉਹਦੇ ਵਿੱਚ ਝੂਠ ਨਾ ਹੋਵੇ, ਧੋਖਾਧੜੀ ਨਾ ਹੋਵੇ। ਕਿਉਂਕਿ ਅਗਰ ਕਿਸੇ ਪਰਸਨ ਨੇ ਕੰਪਨੀ ਇਹਨਾਂ ਸਟੇਟਮੈਂਟਸ 'ਤੇ ਵਿਸ਼ਵਾਸ ਕਰਕੇ ਕੋਈ ਡਿਸੀਜ਼ਨ ਲੈਂਦਾ ਹੈ ਤਾਂ ਉਸਨੂੰ ਬਾਅਦ ਵਿੱਚ ਅਗਰ ਕੋਈ ਨੁਕਸਾਨ ਹੋ ਜਾਂਦਾ ਹੈ, ਬਾਅਦ ਵਿੱਚੋਂ ਅਗਰ ਇਨਫੋਰਮੇਸ਼ਨ ਗਲਤ ਨਿਕਲਦੀ ਹੈ ਤਾਂ ਕੰਪਨੀ ਨੂੰ ਇਸਦਾ ਨੁਕਸਾਨ ਜਿਹੜਾ ਵਾ ਉਹ ਭਰਨਾ ਪਏਗਾ। ਉਸ ਤੋਂ ਬਾਅਦ ਹੈ ਕੰਪੇਅਰੇਬਲ। ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਆ ਉਹ ਹਮੇਸ਼ਾ ਕੀ ਹੋਣੀ ਚਾਹੀਦੀਆਂ, ਕੰਪੇਅਰੇਬਲ ਹੋਣੀਆਂ ਚਾਹੀਦੀਆਂ। ਅਸੀਂ ਕੰਸਿਸਟੈਂਸੀ ਦਾ ਰੂਲ ਪੜ੍ਹ ਚੁੱਕੇ ਹਾਂ ਇਹਦੇ ਵਿੱਚ। ਕੰਸਿਸਟੈਂਸੀ ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ, ਵਟ ਇਜ਼ ਕੰਸਿਸਟੈਂਸੀ ਦੇ ਵਿੱਚ ਇਹ ਗੱਲ ਕਰਦੇ ਆ ਕਿ ਕੰਪਨੀ ਜਿੰਨੇ ਵੀ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਕਰਦੀ ਆ, ਉਹਨਾਂ ਨੂੰ ਆਪਣੀਆਂ ਸਾਰੀਆਂ ਫਾਈਨੈਂਸ਼ੀਅਲ ਸਟੇਟਮੈਂਟ ਇੱਕੋ ਮੈਥਡ ਦੇ ਨਾਲ, ਇੱਕੋ ਰੂਲਸ ਨਾਲ ਤਿਆਰ ਕੀਤੀਆਂ ਹੋਣੀਆਂ ਚਾਹੀਦੀਆਂ ਨੇ। ਕਿਉਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਅਗਰ ਮੈਂ ਗੱਲ ਕਰਾਂ 2022 ਦੀ, ਤਾਂ 2022 ਦੇ ਵਿੱਚ ਜਿਵੇਂ ਡੈਪਰੀਸ਼ੀਏਸ਼ਨ ਦੀ ਗੱਲ ਕਰਦੇ ਹਾਂ, ਤਾਂ ਡੈਪਰੀਸ਼ੀਏਸ਼ਨ ਅਸੀਂ ਸਟ੍ਰੇਟ ਲਾਈਨ ਮੈਥਡ ਨਾਲ ਵੀ ਕੈਲਕੂਲੇਟ ਕਰ ਲੈਂਦੇ ਹਾਂ, ਡੈਪਰੀਸ਼ੀਏਸ਼ਨ ਅਸੀਂ ਰਿਟਨ ਡਾਊਨ ਵੈਲਿਊ ਮੈਥਡ ਨਾਲ ਵੀ ਤਿਆਰ ਕਰ ਲੈਂਦੇ ਹਾਂ। ਤਾਂ ਇਹ ਦੋਨੋਂ ਜਿਹੜੇ ਮੈਥਡ ਆ, ਤੁਸੀਂ ਅਗਰ ਪਿਛਲੇ ਸਾਲ ਦੇ ਵਿੱਚ ਰਿਟਨ ਡਾਊਨ ਵੈਲਿਊ ਮੈਥਡ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਇਸ ਸਾਲ ਵੀ ਰਿਟਨ ਡਾਊਨ ਵੈਲਿਊ ਮੈਥਡ ਨਾਲ ਹੀ ਡੈਪਰੀਸ਼ੀਏਸ਼ਨ ਕੈਲਕੂਲੇਟ ਕਰਨਾ ਚਾਹੀਦਾ ਹੈ। ਤਾਂ ਇਸ ਨਾਲ ਜਿਹੜੀਆਂ 2021 ਦੀਆਂ ਫਾਈਨੈਂਸ਼ੀਅਲ ਸਟੇਟਮੈਂਟ ਆ, ਉਹਨਾਂ ਨੂੰ ਅਸੀਂ 22 ਦੇ ਨਾਲ ਕੀ ਕਰ ਸਕਦੇ ਹਾਂ, ਤੁਲਨਾ ਕਰ ਸਕਦੇ ਹਾਂ, ਕੰਪੇਅਰ ਕਰ ਸਕਦੇ ਹਾਂ। ਠੀਕ ਹੈ ਜੀ। ਤਾਂ ਇਹਦਾ ਮਤਲਬ ਕਿ ਤੁਸੀਂ ਜੋ ਪਿਛਲੇ ਸਾਲ ਮੈਥਡ ਯੂਜ਼ ਕਰ ਰਹੇ ਹੋ, ਸੇਮ ਮੈਥਡ ਨਾਲ ਤੁਸੀਂ ਅਗਲੇ ਸਾਲ ਵੀ ਸਟੇਟਮੈਂਟਸ ਨੂੰ ਤਿਆਰ ਕਰੋਗੇ। ਇਸ ਲਈ ਤੁਸੀਂ ਸਟੇਟਮੈਂਟ ਨੂੰ ਇਸ ਤਰ੍ਹਾਂ ਤਿਆਰ ਕਰੋਗੇ ਕਿ ਉਹ ਪਿਛਲੇ ਸਾਲਾਂ ਦੀਆਂ ਸਟੇਟਮੈਂਟਸ ਨਾਲ ਵੀ ਕੰਪੇਅਰ ਹੋ ਸਕਣ। ਉਸ ਤੋਂ ਬਾਅਦ ਹੈ ਯੂਜ਼ਰਸ ਆਫ ਫਾਈਨੈਂਸ਼ੀਅਲ ਸਟੇਟਮੈਂਟਸ। ਯੂਜ਼ਰ ਇਹਨਾਂ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਕੌਣ ਯੂਜ਼ ਕਰਦਾ? ਤਾਂ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਬਹੁਤ ਸਾਰੇ ਲੋਕ ਜਿਹੜੇ ਪੜ੍ਹਦੇ ਆ ਬੇਟਾ ਜੀ। ਪਹਿਲਾਂ ਤਾਂ ਹੈ ਓਨਰਸ ਕੌਣ ਹੁੰਦੇ ਆ? ਜੋ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਆ, ਜਿਹਨੂੰ ਅਸੀਂ ਸ਼ੇਅਰ ਹੋਲਡਰਸ ਬੋਲਦੇ ਹਾਂ। ਠੀਕ ਹੈ ਜੀ। ਸੋ ਅਸੀਂ ਗੱਲ ਕਰਦੇ ਹਾਂ shareholders are real owners of business. So shareholders
ਹਮੇਸ਼ਾ ਕੰਪਨੀ ਦੀ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਦੇਖਦੇ ਆ ਕਿ ਕੰਪਨੀ ਪ੍ਰੋਫਿਟ ਅਰਨ ਕਰ ਰਹੀ ਆ ਜਾਂ ਕੰਪਨੀ ਲਾਸ ਬੀਅਰ ਕਰ ਰਹੀ ਆ, ਕਿਉਂਕਿ ਸ਼ੇਅਰ ਹੋਲਡਰਸ ਨੂੰ ਉਹਨਾਂ ਪ੍ਰੋਫਿਟ ਦੇ ਵਿੱਚੋਂ ਕੀ ਮਿਲੇਗਾ, ਡਿਵੀਡੈਂਡ ਮਿਲੇਗਾ। ਤੋ ਸ਼ੇਅਰ ਹੋਲਡਰ ਹਮੇਸ਼ਾ ਹੀ ਕੰਪਨੀ ਦੀ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਧਿਆਨ 'ਚ ਰੱਖਦੇ ਆ, ਦੇਖਦੇ ਰਹਿੰਦੇ ਆ ਕਿ ਕੁਆਟਰਲੀ ਉਹਨਾਂ ਦੇ ਕੀ ਰਿਜ਼ਲਟ ਆ ਰਹੇ ਆ ਜਾਂ ਉਹਨਾਂ ਦੇ ਫਾਈਨਲ ਰਿਜ਼ਲਟ ਕੀ ਆ ਰਿਹਾ, ਤਾਂ ਉਸਨੂੰ ਜਿਹੜੀ ਉਹ ਇਨਵੈਸਟਮੈਂਟ ਕਰ ਰਿਹਾ ਉਹ ਇਨਵੈਸਟਮੈਂਟ ਤੋਂ ਉਹਨੂੰ ਫਾਇਦਾ ਹੋਏਗਾ ਜਾਂ ਉਹਨੂੰ ਨੁਕਸਾਨ ਹੋਏਗਾ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਐਮਪਲੋਈਜ਼ ਦੀ। ਐਮਪਲੋਈਜ਼ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਕਿਉਂ ਧਿਆਨ ਨਾਲ ਪੜ੍ਹਦੇ ਆ, ਕਿਉਂਕਿ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚੋਂ ਉਹਨਾਂ ਨੂੰ ਕੀ ਮਿਲੇਗਾ ਕਿ ਕੰਪਨੀ ਜਿਹੜਾ ਪ੍ਰੋਫਿਟ ਅਰਨ ਕਰ ਰਹੀ ਆ, ਤਾਂ ਉਹ ਜਿਹੜੀਆਂ ਟਰੇਡ ਯੂਨੀਅਨ